ਸ੍ਰੀਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਅਖਾੜਾ 2022 ਜੀ ਹਾਂ ਅਖਾੜਾ 2022 ਤੁਸੀਂ ਪੰਜਾਬ ਚੋਣਾਂ ਦੇ ਉੱਤੇ ਸਾਡਾ ਮੈਗਾ ਸ਼ੋਅ ਦੇਖ ਰਹੇ ਹੋ। ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਦਲਦੇ तमाम ਸਿਆਸੀ ਸਮੀਕਰਨਾਂ ਦੀ। ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ 'ਚ ਕਈ ਨਵੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ। ਅਸੀਂ ਗੱਲ ਕਰਾਂਗੇ ਇਹਨਾਂ ਸਮੀਕਰਨਾਂ ਦੇ ਮਾਇਨੇ ਕੀ ਨੇ ਅਤੇ 2022 ਦੀਆਂ ਚੋਣਾਂ ਦੇ ਦੰਗਲ ਦੇ ਵਿੱਚ ਇਹਨਾਂ ਸਮੀਕਰਨਾਂ ਦਾ ਕੀ ਕੁਝ ਫਰਕ ਪਏਗਾ ਜਾਂ ਪੈ ਸਕਦਾ ਹੈ। ਸ਼ੁਰੂਆਤ ਸਭ ਤੋਂ ਪਹਿਲਾਂ ਹਾਕਮ ਧਿਰ ਦੀ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਦੀ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਕੀ ਇਕੱਠੇ ਕਾਂਗਰਸ ਦੇ ਲਈ ਕੰਮ ਕਰਦੇ ਨਜ਼ਰ ਆਉਣਗੇ? ਇਹ ਸਵਾਲ ਇਸ ਲਈ ਅਹਿਮ ਹੋ ਜਾਂਦਾ ਹੈ ਕਿਉਂਕਿ ਚੋਣਾਂ ਸਿਰ ਦੇ ਉੱਤੇ ਨੇ, ਜ਼ਿਆਦਾ ਦੂਰ ਨਹੀਂ ਅਤੇ ਦੋਵੇਂ ਆਗੂਆਂ ਦੇ ਵਿਚਾਲੇ ਮਤਭੇਦ ਬਰਕਰਾਰ ਨੇ। ਖੇਤੀ ਕਾਨੂੰਨ ਰੱਦ ਹੋਣਗੇ, ਮੈਂ ਤੁਹਾਨੂੰ ਕਹਿ ਰਿਹਾ ਯਾਦ ਆ ਤੁਸੀਂ ਕਰਦੇ ਹੋ ਜਾਂ ਐਮਐਲਏ ਕਰਨਗੇ? ਕਿਉਂਕਿ ਜਾਂ ਟਾਂਡੇ ਵਾਲੀ ਨਹੀਂ ਤੇ ਜਾਂ ਭਾਂਡੇ ਵਾਲੀ ਕਹਾਣੀ ਸੁਣੀ ਕਾਂਗਰਸ ਦੇ ਫਾਇਰ ਬ੍ਰਾਂਡ ਆਗੂ ਨਵਜੋਤ ਸਿੰਘ ਸਿੱਧੂ ਦਾ ਇਹ ਅੰਦਾਜ਼ ਦੱਸਦਾ ਹੈ ਕਿ ਕਾਂਗਰਸ ਦੀ ਕਮਾਨ ਸੰਭਾਲਣ ਦੇ ਬਾਅਦ ਉਹ ਕਾਫੀ ਅੱਗੇ ਨਿਕਲ ਚੁੱਕੇ ਨੇ। ਇਹ ਬਿਆਨ ਦੱਸਣ ਦੇ ਲਈ ਕਾਫੀ ਹੈ ਕਿ ਸਿੱਧੂ ਦੀ ਆਪਣੇ ਸੀਐਮ ਦੇ ਨਾਲ ਨਾਰਾਜ਼ਗੀ ਬਰਕਰਾਰ ਹੈ। ਪੰਜਾਬ ਦੇ ਵਿੱਚ ਸੱਤਾ ਤੇ ਵਾਪਸੀ ਦੇ ਲਈ ਬੇਸ਼ੱਕ ਕਾਂਗਰਸ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ, ਪਰ ਸਿੱਧੂ ਆਪਣੀ ਪਾਰਟੀ ਦੇ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲੈਂਦੇ ਰਹਿੰਦੇ ਨੇ। ਅਜਿਹੇ ਵਿੱਚ ਸਵਾਲ ਇਹ ਹੈ ਕਿ ਕੀ ਚੋਣਾਂ ਤੋਂ ਪਹਿਲਾਂ ਕੈਪਟਨ ਤੇ ਸਿੱਧੂ ਦੇ ਵਿਚਾਲੇ ਸਿਆਸੀ ਸੁਲ੍ਹਾ ਹੋ ਪਾਵੇਗੀ? ਰਾਜਨੀਤਿਕ ਜਾਣਕਾਰ ਮੰਨਦੇ ਨੇ ਕਿ ਜੇਕਰ ਇਹ ਖਿੱਚਤਾਣ ਚੱਲਦੀ ਰਹੀ ਤਾਂ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਮਤਭੇਦ ਦੀ ਸ਼ੁਰੂਆਤ ਸਰਕਾਰ ਬੰਦ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਸਿੱਧੂ ਨੂੰ ਉਮੀਦ ਸੀ ਕਿ ਉਹ ਡਿਪਟੀ ਸੀਐਮ ਦਾ ਅਹੁਦਾ ਸੰਭਾਲਣਗੇ, ਪਰ ਉਹਨਾਂ ਨੂੰ ਲੋਕਲ ਬਾਡੀ ਅਤੇ ਸੱਭਿਆਚਾਰ ਮੰਤਰਾਲਾ ਦਿੱਤਾ ਗਿਆ। ਇਸ ਦੇ ਬਾਅਦ ਸਿੱਧੂ ਨੇ ਮਾਈਨਿੰਗ ਦੇ ਲਈ ਤੇਲੰਗਾਨਾ ਦੀ ਤਰਜ਼ ਤੇ ਮਾਡਲ ਬਣਾਉਣ ਦੀ ਸਿਫਾਰਿਸ਼ ਕੀਤੀ, ਬਕਾਇਦਾ ਦੌਰਾ ਤੱਕ ਕੀਤਾ, ਪਰ ਸਰਕਾਰ ਨੇ ਕਾਰਪੋਰੇਸ਼ਨ ਬਣਾ ਕੇ ਰੇਤ ਵੇਚਣ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਲੀਕਰ ਕਾਰਪੋਰੇਸ਼ਨ ਬਣਾਉਣ ਦੀ ਵੀ ਸਿੱਧੂ ਨੇ ਵਕਾਲਤ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ। ਜਿਸ ਦੇ ਬਾਅਦ ਸਿੱਧੂ ਨੇ ਨਸ਼ੇ ਦੇ ਮੁੱਦੇ ਤੇ ਤਿੱਖੇ ਤੇਵਰ ਅਪਣਾਏ ਸਨ ਅਤੇ ਐਸਟੀਐਫ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ। ਸਿੱਧੂ ਨੇ ਸਿੱਧੇ ਤੌਰ ਤੇ ਸਵਾਲ ਕੀਤਾ, ਸਰਕਾਰ ਵੱਡੀਆਂ ਮੱਛੀਆਂ ਤੇ ਹੱਥ ਕਿਉਂ ਨਹੀਂ ਪਾ ਰਹੀ ਹੈ? ਕਿਹਾ ਇਹ ਵੀ ਜਾ ਰਿਹਾ ਕਿ ਸਿੱਧੂ ਕੈਪਟਨ ਦੀ ਮਰਜ਼ੀ ਦੇ ਖਿਲਾਫ ਪਾਕਿਸਤਾਨ ਗਏ ਸਨ ਅਤੇ ਫਿਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੋਵੇਂ ਆਗੂਆਂ ਦੇ ਵਿਚਾਲੇ ਤਾਨਾਤਾਨੀ ਉਸ ਵਕਤ ਵੱਧ ਗਈ ਸੀ ਜਦੋਂ ਨਵਜੋਤ ਕੌਰ ਨੂੰ ਟਿਕਟ ਨਹੀਂ ਮਿਲੀ ਸੀ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਸਿੱਧੂ ਨੇ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕੀਤੇ ਸਨ ਅਤੇ ਪਹਿਲੀ ਵਾਰ ਖੁੱਲ੍ਹ ਕੇ ਕੈਪਟਨ ਤੇ ਬਾਦਲਾਂ ਦੀ ਮਿਲੀ ਭੁਗਤ ਦੇ ਇਲਜ਼ਾਮ ਲਾਏ ਸਨ। ਮਈ 2019 ਦੇ ਵਿੱਚ ਨਤੀਜਿਆਂ ਦੇ ਬਾਅਦ ਦੋ ਕਦਾਵਰ ਆਗੂਆਂ ਦੇ ਵਿਚਾਲੇ ਦੂਰੀ ਵੱਧਦੀ ਚਲੀ ਗਈ। ਕੈਪਟਨ ਨੇ ਕੈਬਨਿਟ ਦੇ ਵਿੱਚ ਬਦਲਾਅ ਕੀਤਾ ਅਤੇ ਸਿੱਧੂ ਤੋਂ ਲੋਕਲ ਬਾਡੀ ਮਿਨਿਸਟਰੀ ਲੈ ਕੇ ਪਾਵਰ ਡਿਪਾਰਟਮੈਂਟ ਦੇ ਦਿੱਤਾ, ਪਰ ਸਿੱਧੂ ਨੇ ਇਸ ਨੂੰ ਕਬੂਲ ਨਹੀਂ ਕੀਤਾ। ਨਵਜੋਤ ਸਿੰਘ ਸਿੱਧੂ ਜੂਨ ਵਿੱਚ ਆਖਰੀ ਵਾਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਅਤੇ ਆਖਿਰਕਾਰ ਜੁਲਾਈ 2019 ਦੇ ਵਿੱਚ ਉਹਨਾਂ ਨੇ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਖਾਸ ਗੱਲ ਇਹ ਰਹੀ ਕਿ ਸਿੱਧੂ ਨੇ ਅਸਤੀਫਾ ਸਿੱਧਾ ਸੀਐਮ ਨੂੰ ਨਹੀਂ ਬਲਕਿ ਕਾਂਗਰਸ ਹਾਈ ਕਮਾਨ ਨੂੰ ਭੇਜਿਆ। ਬਾਅਦ ਵਿੱਚ ਸਿੱਧੂ ਦੇ ਅਸਤੀਫੇ ਦਾ ਰਸਮੀ ਐਲਾਨ ਕੀਤਾ ਗਿਆ। ਕੈਬਨਿਟ ਤੋਂ ਅਲੱਗ ਹੋਣ ਦੇ ਬਾਅਦ ਨਵਜੋਤ ਸਿੰਘ ਸਿੱਧੂ ਦੇ ਤੇਵਰ ਹੋਰ ਵੀ ਤਲਖ ਹੋ ਗਏ। ਬੇਅਦਬੀ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਮੋਰਚਾ ਸੰਭਾਲਿਆ, ਬਿਜਲੀ ਦੇ ਮੁੱਦੇ ਤੇ ਸਵਾਲ ਦਾਗੇ ਅਤੇ ਨਸ਼ੇ ਦੇ ਮੁੱਦੇ ਤੇ ਆਪਣੀ ਹੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਪੰਜਾਬ ਕਾਂਗਰਸ ਦੇ ਵਿੱਚ ਲੜਾਈ ਤੇਜ਼ ਹੋਈ ਤਾਂ ਡੈਮੇਜ ਕੰਟਰੋਲ ਦੇ ਲਈ ਹਾਈ ਕਮਾਨ ਨੇ ਸਿੱਧੂ ਨੂੰ ਸੂਬਾ ਕਾਂਗਰਸ ਦੀ ਕਮਾਨ ਸੌਂਪ ਦਿੱਤੀ, ਪਰ ਹੁਣ ਸਿੱਧੂ ਹੋਰ ਵੀ ਹਮਲਾਵਰ ਹੋ ਚੁੱਕੇ ਨੇ। ਬਿਊਰੋ ਰਿਪੋਰਟ, ਨਿਊਜ਼ 18। ਹੁਣ ਗੱਲ 10 ਸਾਲ ਸੱਤਾ ਦੇ ਵਿੱਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ। ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਬੀਐਸਪੀ ਦਾ ਦਾਮਨ ਥਾਮਿਆ ਹੈ। ਅਕਾਲੀ ਦਲ ਦਲਿਤਾਂ ਦੇ ਨਾਲ ਹਿੰਦੂ ਡਿਪਟੀ ਸੀਐਮ ਦਾ ਦਾਅ ਵੀ ਖੇਡ ਚੁੱਕਾ ਹੈ। ਇਸ ਲਈ ਇਸ ਵਾਰ ਦੀਆਂ ਚੋਣਾਂ ਸਭ ਤੋਂ ਵੱਖ ਵੀ ਨਜ਼ਰ ਆਉਂਦੀਆਂ ਨੇ ਤੇ ਸ਼ਾਇਦ ਸਭ ਤੋਂ ਦਿਲਚਸਪ ਵੀ ਹੋਣ ਵਾਲੀਆਂ ਨੇ।
2022 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਜੰਗ ਤੇਜ਼ ਹੋ ਗਈ ਹੈ। ਸਾਰੀਆਂ ਹੀ ਪਾਰਟੀਆਂ ਸਰਗਰਮ ਨੇ। ਇਸ ਵਾਰ ਚੋਣਾਂ ਦੇ ਵਿੱਚ 2-3 ਮੁੱਦੇ ਅਹਿਮ ਰਹਿਣ ਵਾਲੇ ਨੇ, ਜਿਨ੍ਹਾਂ ਦੇ ਵਿੱਚ ਕਿਸਾਨੀ ਦਾ ਮੁੱਦਾ, ਬਿਜਲੀ ਦਾ ਮੁੱਦਾ ਅਤੇ ਦਲਿਤਾਂ ਦੇ ਮੁੱਦੇ ਨੇ। ਸਾਰੀਆਂ ਹੀ ਪਾਰਟੀਆਂ ਨੇ ਦਲਿਤ ਕਾਰਡ ਖੇਡਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਨੇ ਪਹਿਲਾਂ ਹੀ ਬਸਪਾ ਦੇ ਨਾਲ ਗੱਠਜੋੜ ਕਰਕੇ ਇਹ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਸ ਵਿੱਚ 2 ਡਿਪਟੀ ਸੀਐਮ ਹੋਣਗੇ, ਇੱਕ ਹਿੰਦੂ ਚਿਹਰਾ ਹੋਵੇਗਾ ਤੇ ਦੂਜਾ ਦਲਿਤ ਚਿਹਰਾ ਡਿਪਟੀ ਸੀਐਮ ਬਣੇਗਾ। ਅਕਾਲੀ ਦਲ ਦਾ ਬੀਜੇਪੀ ਨਾਲੋਂ ਗੱਠਜੋੜ ਟੁੱਟ ਗਿਆ ਹੈ, ਪਰ ਅਕਾਲੀ ਦਲ ਨੇ ਬਸਪਾ ਨੂੰ ਨਵਾਂ ਸਾਥੀ ਚੁਣ ਲਿਆ ਹੈ ਅਤੇ 20 ਸੀਟਾਂ ਬਸਪਾ ਨੂੰ ਦਿੱਤੀਆਂ ਨੇ। ਇਹਨਾਂ ਵਿੱਚ ਦੁਆਬੇ ਦੀਆਂ 8 ਸੀਟਾਂ, ਮਾਲਵੇ ਦੀਆਂ 7 ਅਤੇ ਮਾਝੇ ਦੀਆਂ 5 ਸੀਟਾਂ ਨੇ। ਇਹਨਾਂ ਵਿੱਚੋਂ ਜਿਹੜੀਆਂ ਸੀਟਾਂ ਦੁਆਬੇ ਵਿੱਚ ਬਸਪਾ ਨੂੰ ਦਿੱਤੀਆਂ ਗਈਆਂ ਨੇ, ਉਹਨਾਂ ਤੇ ਬਸਪਾ ਦਾ ਸਟਰੋਂਗ ਹੋਲਡ ਰਿਹਾ ਹੈ। ਇਸ ਤੋਂ ਪਹਿਲਾਂ 1996 ਦੇ ਵਿੱਚ ਵੀ ਅਕਾਲੀ ਬਸਪਾ ਗੱਠਜੋੜ ਰਹਿ ਚੁੱਕਿਆ ਹੈ ਅਤੇ ਲੋਕ ਸਭਾ ਦੀਆਂ 13 ਸੀਟਾਂ ਦੇ ਵਿੱਚੋਂ ਇਸ ਗੱਠਜੋੜ ਨੇ 11 ਸੀਟਾਂ ਜਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2 ਡਿਪਟੀ ਸੀਐਮ ਦਾ ਐਲਾਨ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸੁਖਬੀਰ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਯਕੀਨੀ ਤੌਰ ਤੇ ਇੱਕ ਹਿੰਦੂ ਤੇ ਇੱਕ ਦਲਿਤ ਭਾਈਚਾਰੇ ਦੇ ਵਿੱਚੋਂ ਡਿਪਟੀ ਸੀਐਮ ਲਿਆ ਜਾਵੇਗਾ। ਯਾਨੀ ਸੁਖਬੀਰ ਬਾਦਲ ਪੰਜਾਬ ਦੇ ਹਿੰਦੂ ਤੇ ਦਲਿਤ ਵੋਟ ਨੂੰ ਪਾਰਟੀ ਦੇ ਪ੍ਰਤੀ ਆਕਰਸ਼ਿਤ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ परमात्मा मेहर करे सरकार बनाए ते जो डिप्टी सीएम है असी दलित परिवार चों लेवांगे, एससी परिवार चों असी डिप्टी सीएम पंजाब दा बनावांगे। वैसे तो वोटां तो पहलां सारियां पार्टियां ने ਵੱਡੇ ਵੱਡੇ ऐलान करने शुरू कर दिते ने, चाहे बिजली का मुद्दा होवे, चाहे किसानी का ਅਤੇ चाहे डिप्टी सीएम का अहुदा या फिर नौकरियां। पर मुद्दा तो यह है कि की सियासी पार्टियां जो वादे कर दिंदियां ने उन्हां नूं बाद दे विच पूरा करदियां ने। ਹੁਣ ਗੱਲ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਇਸ ਵਾਰ ਜ਼ਿਆਦਾ ਹਮਲਾਵਰ ਢੰਗ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰ ਰਹੀ ਹੈ। ਮੁਫਤ ਬਿਜਲੀ ਵਾਲਾ ਵਾਅਦਾ ਹੋ ਚੁੱਕਾ ਹੈ, ਸਿੱਖ ਸੀਐਮ ਹੋਏਗਾ ਇਹ ਦਾਅਵਾ ਵੀ ਚੱਲਿਆ ਜਾ ਚੁੱਕਾ ਹੈ, ਪਰ ਉਹ ਸਿੱਖ ਚਿਹਰਾ ਕਿਹੜਾ ਹੋਵੇਗਾ ਜਿਸ ਦੇ ਨਾਮ ਦੇ ਉੱਤੇ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਰੇਗੀ। दो 2011 ਦੇ ਵਿੱਚ ਅੰਨਾ ਹਜ਼ਾਰੇ ਦੇ ਵੱਲੋਂ ਚਲਾਏ ਜਾ ਰਹੇ ਇੰਡੀਆ ਅਗੇਂਸਟ ਕਰਪਸ਼ਨ ਅੰਦੋਲਨ ਦੇ ਵਿੱਚੋਂ ਇੱਕ ਸਿਆਸੀ ਪਾਰਟੀ ਨੇ ਜਨਮ ਲਿਆ ਅਤੇ ਇਸ ਪਾਰਟੀ ਦਾ ਨਾਮ ਰੱਖਿਆ ਗਿਆ ਆਮ ਆਦਮੀ ਪਾਰਟੀ, ਜਿਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਣੇ, ਜਿਸ ਨੂੰ ਅਧਿਕਾਰਿਕ ਤੌਰ ਤੇ 26 ਜਨਵਰੀ 2012 ਨੂੰ ਸਥਾਪਿਤ ਕੀਤਾ ਗਿਆ। ਇਸ ਪਾਰਟੀ ਨੇ ਦੇਸ਼ ਦੇ ਸਿਆਸੀ ਸਮੀਕਰਨ ਬਦਲ ਦਿੱਤੇ, ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਭੁਚਾਲ ਲਿਆ ਦਿੱਤਾ ਅਤੇ ਦਿੱਲੀ ਦੇ ਵਿੱਚ 2013 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ। ਇਸ ਦੌਰਾਨ ਕਾਂਗਰਸ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਲਈ ਅਤੇ ਕੇਜਰੀਵਾਲ ਦਿੱਲੀ ਦੇ ਸੀਐਮ ਬਣ ਗਏ। ਹਾਲਾਂਕਿ ਇਹ ਸਰਕਾਰ ਮਹਿਜ਼ 49 ਦਿਨ ਚੱਲ ਸਕੀ, ਪਰ ਇਹ ਦੱਸ ਦਿੱਤਾ ਕਿ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਹੋਵੇਗਾ। ਹੋਇਆ ਵੀ ਕੁਝ ਇੰਜ ਅਤੇ ਫਿਰ 2015 ਦੇ ਵਿੱਚ ਚੋਣਾਂ ਹੋਈਆਂ ਅਤੇ 70 ਦੇ ਵਿੱਚੋਂ 67 ਸੀਟਾਂ ਜਿੱਤ ਲਈਆਂ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਦਮ ਤੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਜੋ ਅਜੇ ਤੱਕ ਚੱਲ ਰਹੀ ਹੈ। ਦਿੱਲੀ ਵਿੱਚ ਸੱਤਾ ਚਲਾਉਣ ਦੇ ਤਰੀਕੇ ਨੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਦਿੱਲੀ ਵਿੱਚ ਚੰਗੇ ਹੁੰਗਾਰੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਭਾਰਤ ਦੇ ਵਿੱਚ 432 ਸੀਟਾਂ ਤੇ ਚੋਣਾਂ ਲੜੀਆਂ, ਜਿਸ ਦੇ ਵਿੱਚ 4 ਸੀਟਾਂ ਪੰਜਾਬ ਦੇ ਵਿੱਚੋਂ ਮਿਲੀਆਂ ਸਨ ਅਤੇ ਇੱਥੋਂ ਹੀ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਜੂਦ। ਫਿਰ ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਚ ਆਪਣਾ ਵਜੂਦ ਕਾਇਮ ਕੀਤਾ ਅਤੇ 20 ਸੀਟਾਂ ਜਿੱਤ ਕੇ ਵਿਰੋਧੀ ਪਾਰਟੀ ਬਣ ਗਈ। ਪਰ 2019 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਪੂਰੇ ਦੇਸ਼ ਦੇ ਵਿੱਚੋਂ ਸਿਰਫ ਇੱਕੋ ਸੀਟ ਮਿਲੀ ਅਤੇ ਉਹ ਵੀ ਪੰਜਾਬ ਤੇ ਸੰਗਰੂਰ ਤੋਂ ਭਗਵੰਤ ਮਾਨ ਜਿੱਤੇ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਮੁੜ ਤੋਂ ਸਿਆਸੀ ਮੈਦਾਨ ਦੇ ਵਿੱਚ ਨੇ ਅਤੇ ਵੱਡੇ ਐਲਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਕੇਜਰੀਵਾਲ ਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕਰਕੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਉਧਰ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਵੀ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ।
ਪਰ 2017 ਦੀਆਂ ਚੋਣਾਂ ਵਾਂਗ ਕੇਜਰੀਵਾਲ ਨੇ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਪਣੇ ਪੱਤੇ ਨਹੀਂ ਖੋਲ੍ਹੇ ਨੇ। ਪਰ ਇਹਨਾਂ ਐਲਾਨ ਜ਼ਰੂਰ ਕੀਤਾ ਹੈ ਕਿ ਪੰਜਾਬ ਦਾ ਸੀਐਮ ਸਿੱਖ ਚਿਹਰਾ ਹੋਵੇਗਾ। ਪਰ ਇਸ ਦੇ ਬਾਵਜੂਦ ਵੀ ਕਈ ਸਵਾਲ ਨੇ ਕਿ ਕੌਣ ਹੋਵੇਗਾ ਆਪ ਦਾ ਸੀਐਮ ਚਿਹਰਾ, ਕਿਹੜੇ ਆਗੂ ਨੂੰ ਮਿਲੇਗੀ ਜ਼ਿੰਮੇਵਾਰੀ, ਕੀ ਭਗਵੰਤ ਮਾਨ ਹੋਣਗੇ ਆਪ ਦੇ ਸੀਐਮ ਫੇਸ। ਇਹ ਸਵਾਲ 2022 ਦੀਆਂ ਚੋਣਾਂ ਤੋਂ ਪਹਿਲਾਂ तमाम ਲੋਕਾਂ ਦੇ ਮਨਾਂ ਵਿੱਚ ਨੇ ਕਿ ਜੇਕਰ 2022 ਦੇ ਵਿੱਚ ਆਪ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਮੁੱਖ ਮੰਤਰੀ ਕੌਣ ਹੋਵੇਗਾ, ਕਿਹੜੇ ਆਗੂ ਨੂੰ ਇਹ ਜ਼ਿੰਮੇਵਾਰੀ ਮਿਲੇਗੀ। ਇਸ ਵਿਚਾਲੇ ਇੱਕ ਚਿਹਰੇ ਦਾ ਨਾਮ ਸਭ ਤੋਂ ਸਾਹਮਣੇ ਆਉਂਦਾ ਹੈ ਅਤੇ ਉਹ ਹੈ ਭਗਵੰਤ ਮਾਨ, ਜੋ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ। ਪਰ ਕੇਜਰੀਵਾਲ ਨੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਕਿ ਕੌਣ ਪੰਜਾਬ ਦਾ ਸੀਐਮ ਹੋਵੇਗਾ। ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਖੀਰ ਤੱਕ ਸੀਐਮ ਚਿਹਰੇ ਦਾ ਐਲਾਨ ਨਹੀਂ ਸੀ ਕੀਤਾ ਗਿਆ, ਜਿਸ ਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਵੀ ਝੱਲਣਾ ਪਿਆ ਹੈ। ਹੁਣ ਗੱਲ ਬੀਜੇਪੀ ਦੀ। ਬੀਜੇਪੀ ਇਸ ਵਾਰ ਪੰਜਾਬ ਦੇ ਵਿੱਚ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਉਤਰੇਗੀ, ਤਕਰੀਬਨ ਤੈਅ। ਅਜਿਹੇ 'ਚ ਸਵਾਲ ਇਹ ਹੈ ਕਿ तमाम ਚੁਣੌਤੀਆਂ ਦੇ ਬਾਅਦ ਪਾਰਟੀ ਪੰਜਾਬ ਦੇ ਵਿੱਚ ਕਿੰਨਾ ਸੰਘਰਸ਼ ਕਰ ਪਾਉਂਦੀ ਹੈ। ਪੰਜਾਬ 'ਚ ਬੀਜੇਪੀ ਦਾ ਰਾਜਨੀਤਿਕ ਅਤੀਤ ਕੁਝ ਜ਼ਿਆਦਾ ਚੰਗਾ ਨਹੀਂ ਰਿਹਾ ਹੈ। ਬੀਜੇਪੀ ਸੂਬੇ ਦੇ ਵਿੱਚ ਕਈ ਵਾਰ ਸੱਤਾ ਦੇ ਵਿੱਚ ਤਾਂ ਆਈ, ਪਰ ਇੱਕ ਵਿਸਾਖੀ ਦੇ ਸਹਾਰੇ। ਵੈਸੇ ਤਾਂ ਪੰਜਾਬ 'ਚ ਬੀਜੇਪੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਸੱਤਾ 'ਚ ਸ਼ਰੀਕ ਰਹੀ ਹੈ, ਪਰ ਇਸ ਵਾਰ ਸਮੀਕਰਨ ਬਿਲਕੁਲ ਵੱਖਰੇ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਬੀਜੇਪੀ ਨਾਲ ਨਾਤਾ ਤੋੜ ਚੁੱਕੀ ਹੈ। 9 ਮਾਸ ਦਾ ਰਿਸ਼ਤਾ ਵੱਖ ਹੋ ਚੁੱਕਾ ਹੈ ਤੇ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਇਕੱਲੇ ਆਪਣੇ ਦਮ ਤੇ ਕਿਸਮਤ ਅਜ਼ਮਾਏਗੀ ਤੇ ਪਾਰਟੀ ਦੇ ਲਈ ਇਹ ਰਾਹ ਕੋਈ ਸੌਖਾ ਨਹੀਂ ਹੈ, ਕਿਉਂਕਿ ਅਕਾਲੀ ਦਲ ਬੀਜੇਪੀ ਤੋਂ ਵੱਖ ਹੋ ਚੁੱਕਾ ਹੈ। ਲਿਹਾਜ਼ਾ ਹੁਣ ਬੀਜੇਪੀ ਦੇ ਕੋਲ ਸਿਰਫ ਆਪਣਾ ਵੋਟ ਬੈਂਕ ਹੀ ਹੈ। ਸੂਬੇ ਦੇ ਵਿੱਚ ਬੀਜੇਪੀ ਦਾ ਕੈਡਰ ਇੰਨਾ ਮਜ਼ਬੂਤ ਨਹੀਂ ਹੈ ਕਿ ਪਾਰਟੀ ਕੋਈ ਕਰਿਸ਼ਮਾ ਕਰ ਸਕੇ। ਖੇਤੀ ਕਾਨੂੰਨ ਬੀਜੇਪੀ ਦੇ ਲਈ ਸਭ ਤੋਂ ਵੱਡੀ ਚੁਣੌਤੀ ਨੇ। ਦਰਅਸਲ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੇ ਨੇ। ਇੰਨਾ ਹੀ ਨਹੀਂ, ਥਾਂ-ਥਾਂ ਤੇ ਬੀਜੇਪੀ ਨੇਤਾਵਾਂ ਦਾ ਵਿਰੋਧ ਹੋ ਰਿਹਾ ਹੈ। ਇੱਥੋਂ ਤੱਕ ਕਿ ਕਈ ਨੇਤਾਵਾਂ ਦੇ ਨਾਲ ਤਾਂ ਹੱਥਾਪਾਈ ਵੀ ਹੋਈ ਹੈ। ਰਾਜਨੀਤਿਕ ਮਾਹਰ ਮੰਨਦੇ ਨੇ ਕਿ 2022 ਦੀਆਂ ਚੋਣਾਂ 'ਚ ਤਿੰਨਾਂ ਖੇਤੀ ਕਾਨੂੰਨਾਂ ਦੇ ਨਾਲ ਬੀਜੇਪੀ ਦੀਆਂ ਮੁਸ਼ਕਿਲਾਂ ਹੋਰ ਵੱਡੀਆਂ ਹੋ ਸਕਦੀਆਂ ਨੇ, ਕਿਉਂਕਿ ਕਿਸਾਨ ਆਗੂਆਂ ਦੇ ਮਿਜਾਜ਼ ਬੀਜੇਪੀ ਦੇ ਖਿਲਾਫ ਹੀ ਨੇ। ਹੁਣ ਜ਼ਰਾ ਪੰਜਾਬ ਦੀ ਸਰਜ਼ਮੀਨ ਤੇ ਬੀਜੇਪੀ ਦੇ ਰਾਜਨੀਤਿਕ ਇਤਿਹਾਸ ਦੇ ਅੰਕੜਿਆਂ ਤੇ ਵੀ ਨਜ਼ਰ ਮਾਰ ਲੈਂਦੇ ਹਾਂ। 2017 ਚ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ 23 ਸੀਟਾਂ ਤੇ ਚੋਣ ਲੜੀ ਤੇ 3 ਸੀਟਾਂ ਤੇ ਹੀ ਜਿੱਤ ਹਾਸਲ ਕਰੀ। ਇਸ ਚੁਣਾਵ ਦੇ ਵਿੱਚ ਬੀਜੇਪੀ ਨੂੰ 2.6% ਵੋਟ ਮਿਲੇ। 2012 ਚ ਅਕਾਲੀ ਦਲ ਦੇ ਨਾਲ ਗੱਠਜੋੜ ਤੋਂ ਬਾਅਦ ਬੀਜੇਪੀ 23 ਸੀਟਾਂ ਤੇ ਚੋਣ ਲੜੀ ਸੀ ਤੇ 12 ਸੀਟਾਂ ਤੇ ਉਸ ਨੂੰ ਜਿੱਤ ਮਿਲੀ ਸੀ। ਇਹਨਾਂ ਚੋਣਾਂ 'ਚ 7.61% ਵੋਟ ਬੀਜੇਪੀ ਨੂੰ ਹਾਸਲ ਹੋਏ ਸੀ। 2007 ਦੇ ਵਿਧਾਨ ਸਭਾ ਚੋਣਾਂ 'ਚ ਬੀਜੇਪੀ 22 ਸੀਟਾਂ ਤੇ ਮੈਦਾਨ 'ਚ ਉਤਰੀ, 18 ਸੀਟਾਂ ਤੇ ਜਿੱਤ ਹਾਸਲ ਕੀਤੀ ਤੇ ਕੁੱਲ 8.33% ਵੋਟ ਬੀਜੇਪੀ ਨੂੰ ਮਿਲੇ। ਅੰਕੜੇ ਦੱਸਦੇ ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬ 'ਚ ਬੀਜੇਪੀ ਦਾ ਗ੍ਰਾਫ ਹੇਠਾਂ ਆਇਆ ਹੈ। ਅਜਿਹੇ 'ਚ ਇਸ ਵਾਰ ਜੇਕਰ ਬੀਜੇਪੀ ਇਕੱਲੇ ਮੈਦਾਨ 'ਚ ਉਤਰਦੀ ਹੈ ਤੇ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਅਤੇ ਨਾਰਾਜ਼ਗੀ ਹੈ ਤਾਂ ਅਜਿਹੇ 'ਚ ਦੇਖਣਾ ਹੋਵੇਗਾ ਕਿ ਪਾਰਟੀ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹਿੰਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਕਮਾਨ ਸੰਭਾਲ ਰਹੇ ਨੇ, ਯਾਨੀ ਨਵੇਂ ਕਮਾਂਡਰ ਪੰਜਾਬ ਕਾਂਗਰਸ ਦੇ ਬਣੇ ਹੋਏ ਨੇ ਅਤੇ ਕਾਂਗਰਸ ਸਿੱਧੂ ਦੇ ਸਹਾਰੇ ਹੀ 2022 ਦੀਆਂ ਚੋਣਾਂ ਦੇ ਵਿੱਚ ਬੇੜੀ ਪਾਰ ਲਗਾਉਣ ਦੀ ਕਵਾਇਦ ਦੇ ਵਿੱਚ ਜੁਟੀ ਹੈ। ਤਾਂ ਚਲੋ ਤੁਹਾਨੂੰ ਦਿਖਾਉਂਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਨਵੀਂ ਜ਼ਿੰਮੇਵਾਰੀ ਦੇਣ ਦੇ ਨਾਲ ਕਾਂਗਰਸ ਨੂੰ ਕਿੰਨਾ ਫਾਇਦਾ ਹੋ ਸਕਦਾ ਹੈ। सिकंदर हालात के आगे नहीं झुकता, अरे तारा टूट भी जाए जमीन पर नहीं गिरता, गिरते हैं हजारों दरिया किसी समंदर में, पर कभी कोई समंदर किसी दरिया में नहीं गिरता। नंद कुमार जी नूं भेजिया पत्तर, कहंदा गल ते तेरी ठीक है मित्रा, मैं पैसे बहुत कमा लैंदा, पर रुखां नाल ही छावां हुंदियां, समा सब नूं ढा दिंदा।
ਕਿੰਨੇ ਹੀ ਧਣੀ ਹੋਇਆ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ। ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ, ਜੇ ਬਾਬਾ ਨਾਨਕ ਹੱਟੀ ਲਾ ਲੈਂਦਾ, ਜੇ ਬਾਬਾ ਨਾਨਕ ਹੱਟੀ ਲਾ ਲੈਂਦਾ। ਕਾਂਗਰਸ ਦੇ ਵਿੱਚ ਕਦਮ ਰੱਖਦੇ ਹੀ ਨਵਜੋਤ ਸਿੰਘ ਸਿੱਧੂ ਦੇ ਇਸ ਅੰਦਾਜ਼ ਨੇ ਦੱਸ ਦਿੱਤਾ ਸੀ ਕਿ ਉਹ ਦਿੱਲੀ ਦਰਬਾਰ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਪਹੁੰਚ ਬਣਾਉਣ ਵਾਲੇ ਨੇ ਅਤੇ ਪੰਜਾਬ ਕਾਂਗਰਸ ਦਾ ਭਵਿੱਖ ਬਣਨ ਵਾਲੇ ਨੇ। 2017 ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਦੀ ਤਾਜਪੋਸ਼ੀ ਹੋਈ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਕੈਬਨਿਟ ਮੰਤਰੀ ਦੇ ਅਹੁਦੇ ਦੇ ਨਾਲ ਨਿਵਾਜਿਆ ਗਿਆ, ਪਰ ਕੁਝ ਮੁੱਦਿਆਂ ਨੂੰ ਲੈ ਕੇ ਉਹ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆਏ। ਬਾਅਦ ਦੇ ਵਿੱਚ ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ ਅਤੇ ਉਹਨਾਂ ਨੇ ਆਰ-ਪਾਰ ਦੀ ਲੜਾਈ ਛਿੜ ਦਿੱਤੀ। ਸਿੱਧੂ ਦਾ ਇਹ ਸੰਘਰਸ਼ ਕਾਫੀ ਵਕਤ ਤੱਕ ਚੱਲਿਆ ਅਤੇ ਇੱਕ ਦਿਨ ਅਜਿਹਾ ਆਇਆ ਜਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ। ਕਾਫੀ ਕਸ਼ਮਕਸ਼ ਅਤੇ ਸਸਪੈਂਸ ਦੇ ਬਾਅਦ ਆਖਿਰਕਾਰ ਕਾਂਗਰਸ ਹਾਈ ਕਮਾਨ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਕਮਾਂਡਰ ਬਣਾ ਦਿੱਤਾ ਗਿਆ। ਬਤੌਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ ਅਤੇ ਉਹ ਪੂਰੇ ਰੰਗ ਦੇ ਵਿੱਚ ਦਿਖੇ। 6 ਫੁੱਟ 4 ਇੰਚ ਦਾ ਡਰਾਉਣਾ ਟੰਗਣਾ ਪਊ, ਜੇ ਨਾ ਟੰਗਿਆ ਕਾਸੇ ਜੋਗੇ ਨਹੀਂ, ਕਾਸੇ ਜੋਗੇ। ਕਿਉਂ ਬਿਜਲੀ 18 ਰੁਪਏ ਨੂੰ ਖਰੀਦੀ ਜਾਵੇ? ਕਿਉਂ ਬਿਜਲੀ ਦੇ ਸਮਝੌਤਿਆਂ ਦਾ ਸੱਚ ਬਾਹਰ ਨਾ ਆਵੇ? ਪ੍ਰਧਾਨ ਬਣਦੇ ਹੀ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਐਕਸ਼ਨ ਦੇ ਵਿੱਚ ਦਿਖੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀਆਂ 5 ਮੰਗਾਂ ਦਾ ਡਿਮਾਂਡ ਚਾਰਟ ਦੇ ਦਿੱਤਾ। ਇਹ ਮੰਗਾਂ ਸਨ: ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ, ਥਰਮਲ ਪਲਾਂਟਾਂ ਦੇ ਨਾਲ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਨ ਦੀ ਮੰਗ, ਵਿਧਾਨ ਸਭਾ ਇਜਲਾਸ ਬੁਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ, ਡਰੱਗ ਦੇ ਨਾਲ ਜੁੜੇ ਰਸੂਖਦਾਰ ਆਗੂਆਂ ਦੇ ਖਿਲਾਫ ਕਾਰਵਾਈ ਦੀ ਮੰਗ, ਟੀਚਰ, ਡਾਕਟਰਾਂ ਅਤੇ ਸਫਾਈ ਕਰਮਚਾਰੀਆਂ ਦੇ ਮਸਲੇ ਹੱਲ ਕਰਨ ਦੀ ਮੰਗ। ਸਿੱਧੂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਦੇ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਨਫੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਵਿੱਚ ਸਿੱਧੂ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਕੋਰੀਡੋਰ ਖੁੱਲ੍ਹਣ ਦੇ ਬਾਅਦ ਪੰਜਾਬ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਬਣ ਗਈ ਹੈ। ਵੱਡੇ ਪੈਮਾਨੇ ਤੇ ਨੌਜਵਾਨ ਸਿੱਧੂ ਦੇ ਅੰਦਾਜ਼ ਅਤੇ ਭਾਸ਼ਣ ਸ਼ੈਲੀ ਦੇ ਕਾਇਲ ਮੰਨੇ ਜਾਂਦੇ ਨੇ। ਅਜਿਹੇ ਵਿੱਚ ਕਾਂਗਰਸ ਨੂੰ ਉਮੀਦ ਹੈ ਕਿ ਉਹ ਸਿੱਧੂ ਨੂੰ ਅੱਗੇ ਕਰਕੇ ਨੌਜਵਾਨ ਵੋਟਰਾਂ ਤੇ ਖਾਸਾ ਅਸਰ ਪਾ ਸਕਦੀ ਹੈ, ਕਿਉਂਕਿ ਸਿੱਧੂ ਸੈਲੀਬ੍ਰਿਟੀ ਵੀ ਨੇ ਅਤੇ ਉਹਨਾਂ ਦਾ ਪਾਰਟੀ ਨੂੰ ਫਾਇਦਾ ਮਿਲ ਸਕਦਾ ਹੈ। ਸਿਆਸੀ ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਕਾਂਗਰਸ ਨੇ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ, ਉਹਨਾਂ ਨੂੰ ਲੈ ਕੇ ਸਿੱਧੂ ਪੰਜਾਬ ਦੀ ਜਨਤਾ ਨੂੰ ਨਵਾਂ ਭਰੋਸਾ ਦਿਵਾ ਸਕਦੇ ਨੇ, ਚਾਹੇ ਉਹ ਬੇਅਦਬੀ ਦਾ ਮਸਲਾ ਹੋਵੇ, ਡਰੱਗ ਦਾ ਮਸਲਾ ਹੋਵੇ ਜਾਂ ਫਿਰ ਬੇਰੁਜ਼ਗਾਰੀ ਦਾ। ਖੈਰ, ਸਿੱਧੂ ਪਾਰਟੀ ਦੀਆਂ ਉਮੀਦਾਂ ਤੇ ਕਿੰਨਾ ਖਰਾ ਉਤਰਦੇ ਨੇ, ਇਹ ਆਉਣ ਵਾਲਾ ਵਕਤ ਤੈਅ ਕਰੇਗਾ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਇਸੇ ਤਰ੍ਹਾਂ ਨਿਊਜ਼ 18 ਪੰਜਾਬ ਦੀ ਕੋਸ਼ਿਸ਼ ਹੋਏਗੀ ਕਿ ਆਉਣ ਵਾਲੀਆਂ ਚੋਣਾਂ ਦੀ ਹਰ ਛੋਟੀ ਵੱਡੀ ਅਪਡੇਟ, ਖਬਰ ਤੇ ਹਰ ਅੰਦਰ ਦੀ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਸਿਆਸੀ ਪਾਰਟੀਆਂ ਕੀ ਤਿਆਰੀ ਕਰ ਰਹੀਆਂ ਨੇ ਤੇ ਕਿਹੜੇ ਸਮੀਕਰਨ ਇਸ ਸਮੇਂ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਜਾਂ ਕਿਹੜੇ ਨਵੇਂ ਸਮੀਕਰਨ ਬਣਦੇ ਨੇ, ਨਿਊਜ਼ 18 ਪੰਜਾਬ ਦੀ ਪੂਰੀ ਟੀਮ ਦੀ ਨਜ਼ਰ ਹੈ, ਤੁਹਾਡੇ ਤੱਕ ਹਰ ਅਪਡੇਟ ਪਹੁੰਚਾਵਾਂਗੇ। ਫਿਲਹਾਲ ਮੈਨੂੰ ਯਾਨੀ ਗੌਰਵ ਸ਼ੁਕਲਾ ਤੇ ਸਾਡੀ ਪੂਰੀ ਟੀਮ ਨੂੰ ਇਜਾਜ਼ਤ ਦਿਓ। ਧੰਨਵਾਦ।